ਸਿੰਘ ਸਗੌਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਭਰਵਾਂ ਸਵਾਗਤ ਹੈ ਤੇ ਫਤਿਹ ਅਰਜ ਕਰਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੱਲ ਕਰਾਂਗੇ ਬਾਈਬਲ ਕਲਾਂ ਦੇ ਉੱਪਰ, ਬਰਗਾੜੀ ਦੇ ਉੱਪਰ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸਨ ਤੇ ਅੱਜ ਤੱਕ ਜਿਹੜਾ ਕਿ ਮਸਲਾ ਚੱਲ ਰਿਹਾ, ਕੋਈ ਵੀ ਇਨਸਾਫ ਕਿਧਰੇ ਪਾਸੇ ਨਜ਼ਰ ਨਹੀਂ ਆ ਰਿਹਾ। ਸੋ ਗੱਲ ਕਰਦੇ ਹਾਂ ਡਾਕਟਰ ਖੁਸ਼ਹਾਲ ਸਿੰਘ ਜੀ ਤੇ ਸਰਦਾਰ ਜਸਪਾਲ ਸਿੰਘ ਜੀ ਦੇ ਨਾਲ। ਡਾਕਟਰ ਖੁਸ਼ਹਾਲ ਸਿੰਘ ਤੇ ਸਰਦਾਰ ਜਸਪਾਲ ਸਿੰਘ ਜੀ, ਆਪ ਜੀ ਨੂੰ ਜੀ ਆਇਆਂ ਆਖਦੇ ਹਾਂ। ਤੇ ਨਾਲ ਹੀ ਸਵਾਲ ਹੈ ਕਿ ਬਾਈਬਲ ਕਲਾਂ ਦੇ ਵਿੱਚ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸਨ ਤੇ ਉਸ ਤੋਂ ਬਾਅਦ 2 ਸਿੰਘ ਜਿਹੜੇ ਸ਼ਹੀਦ ਹੋ ਗਏ ਸਨ ਇਨਸਾਫ ਮੰਗਦੇ ਹੋਏ। ਸੋ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ, ਪਰ ਮਸਲਾ ਦੁਬਾਰਾ ਗਰਮ ਆ ਗਿਆ ਹੈ। ਕੀ ਕਹਿੰਦੇ ਹੋ ਤੁਸੀਂ? ਮੇਜਰ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਿਹੜਾ ਮਸਲਾ ਆ, ਇਹਦੇ ਪਿਛੋਕੜ 'ਚ ਥੋੜ੍ਹਾ ਸਾਨੂੰ ਦੇਖਣਾ ਪਏਗਾ ਕਿ ਇਵੇਂ ਦੀਆਂ ਘਟਨਾਵਾਂ ਤਾਂ ਹੁੰਦੀਆਂ ਰਹਿੰਦੀਆਂ ਨੇ। ਇੱਕ ਪਹਿਲੀ ਘਟਨਾ ਨਹੀਂ ਸੀ ਹੋਈ, ਲੇਕਿਨ ਜਿਸ ਸਰਕਾਰ ਦੇ ਇਹ ਖਾਤੇ 'ਚ ਪਈ ਜਾਂ ਜਿਸ ਸਰਕਾਰ ਦੇ ਵਿਹੜੇ ਹੋਈ, ਉਹਦੇ 'ਚ ਕਈ ਕਿਸਮ ਦੇ ਸਵਾਲ ਨੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੈ ਜਿਹੜਾ, ਉਹ ਸਿੱਖ ਜਿਹੜੀਆਂ ਨੇ ਸਿੱਖੀ ਦੀ ਪਹਿਰੇਦਾਰੀ ਵਾਸਤੇ, ਗੁਰਮਤਿ ਦੀ ਪਹਿਰੇਦਾਰੀ ਵਾਸਤੇ ਹੋਇਆ ਸੀਗਾ। ਸ਼੍ਰੋਮਣੀ ਕਮੇਟੀ ਦੇ ਨਾਲ ਉਹਦੀ ਇੱਕ ਸੁਰੱਖਿਆ ਵਾਲੇ ਜਥੇ ਵਜੋਂ ਜਿਹੜਾ ਇਸ ਨੂੰ ਦੇਖਿਆ ਜਾਂਦਾ ਸੀਗਾ ਅਕਾਲੀ ਦਲ ਦੇ ਨੂੰ। ਅਕਾਲੀ ਦਲ ਦਾ ਜਿਹੜਾ ਉਹ ਰਾਜ ਸੱਤਾ ਦੇ ਵਿੱਚ ਇੰਨਾ ਗਲਤਾਨ ਹੋ ਗਿਆ ਕਿ ਉਹਨੂੰ ਆਪਣੇ ਜਿਹੜੇ ਆ ਮੁੱਢਲੇ ਜਿਹੜੇ ਫਰਜ਼ ਭੁੱਲ ਕੇ ਉਹ ਗਿਣਤੀਆਂ ਤੇ ਸੱਤਾ ਪ੍ਰਾਪਤੀ ਦੇ ਲਾਲਚ ਵਿੱਚ ਆ ਕੇ ਉਸ ਨੇ ਜਿਹੜਾ ਉਹ ਟਰੈਪ 'ਚ ਆ ਗਿਆ ਏਜੰਸੀਆਂ ਦੇ, ਅਤੇ ਉਹਨਾਂ ਦੀ ਜਿਹੜੀ ਸਾਰੇ ਉਹਦੇ ਵਿੱਚੋਂ ਹੀ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਜਨਮ ਲਿਆ। ਅਤੇ ਉਹ ਘਟਨਾਵਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਅੱਜ 7-8 ਸਾਲ ਹੋ ਗਏ ਸਾਰੀ ਘਟਨਾਵਾਂ ਨੂੰ ਵਾਪਰਿਆਂ ਨੂੰ, ਅਤੇ ਜਿਸ ਤਰੀਕੇ ਨਾਲ ਪਹਿਲਾਂ 1.5 ਸਾਲ ਅਤੇ ਹੁਣ ਜਿਹੜਾ ਆ ਪਿਛਲੇ 5 ਸਾਲ ਕਾਂਗਰਸ ਸਰਕਾਰ ਦੇ, ਅਤੇ ਇਸ ਮਸਲੇ ਨੇ ਪੰਜਾਬ ਦੀਆਂ 2 ਜਿਹੜੀਆਂ ਸਰਕਾਰਾਂ ਸੀ ਉਹਨਾਂ ਦੀ ਬਲੀ ਲੈ ਲਈ ਹੈ, ਅਤੇ ਤੀਸਰੀ ਦੀ ਜਿਹੜੀ ਪ੍ਰੀਖਿਆ ਚੱਲ ਰਹੀ ਹੈ। ਕਿਉਂਕਿ ਇਹ ਐਡਾ ਸੰਵੇਦਨਸ਼ੀਲ ਮਾਮਲਾ ਹੈ। ਜਿਸ ਤਰ੍ਹਾਂ ਪੋਲੀਟੀਕਲ ਲੋਕ ਇਹਨੂੰ ਭੁਲਾਉਣਾ ਚਾਹੁੰਦੇ ਆ ਜਾਂ ਲੋਕਾਂ ਨੂੰ ਇਹ ਤੋਂ ਭਟਕਾ ਕੇ ਇਹਦਾ ਸਿਆਸੀਕਰਨ ਕਰਕੇ ਆਪਣਾ ਇੱਕ ਸੀਮਤ ਜਿਹੜਾ ਮਕਸਦ ਪ੍ਰਾਪਤ ਕਰਨਾ ਚਾਹੁੰਦੇ ਆ, ਉਹ ਸੰਭਵ ਨਹੀਂ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਲੈ ਕੇ, ਉਹਦੇ ਅਮਲ ਲੈ ਕੇ ਜਿਹੜਾ ਸਿੱਖ ਸਮਾਜ ਦੇ ਵਿੱਚ ਜਿਸ ਤਰ੍ਹਾਂ ਦਾ ਹੈਗਾ ਸਤਿਕਾਰ ਹੈ, ਉਹ ਅਤੇ ਭਾਵਨਾਵਾਂ ਉਹਨਾਂ ਦੀਆਂ ਜੁੜੀਆਂ ਹੈਗੀਆਂ, ਇਹ ਬੜਾ ਸੰਵੇਦਨਸ਼ੀਲ ਮੁੱਦਾ ਹੈਗਾ ਆ। ਲੇਕਿਨ ਜਿਸ ਤਰੀਕੇ ਨਾਲ ਪਹਿਲਾਂ ਕੈਪਟਨ ਸਰਕਾਰ ਨੇ ਕਿਹਾ ਸੀ, ਉਸੇ ਤਰ੍ਹਾਂ ਹੀ ਚੋਣਾਂ ਤੋਂ ਪਹਿਲਾਂ ਇਹ ਸੰਗਤਾਂ ਨਾਲ ਵਾਅਦੇ ਕੀਤੇ ਗਏ ਸੀਗੇ ਅਤੇ ਕਿ ਅਸੀਂ ਜਿਹੜਾ ਕੁਝ ਘੰਟਿਆਂ ਦੇ ਵਿੱਚ ਬੇਅਦਬੀ ਦਾ ਜਿਹੜਾ ਇਨਸਾਫ ਹੈ ਉਹ ਦੇ ਦਿਆਂਗੇ। ਇਸ ਕਰਕੇ ਲੋਕਾਂ ਨੇ ਦੋਨਾਂ ਪਾਰਟੀਆਂ ਤੋਂ ਦੁਖੀ ਹੋ ਕੇ ਬਦਲੇ ਦੀ ਭਾਵਨਾ ਨਾਲ ਉਹਨਾਂ ਨੂੰ ਰਿਜੈਕਟ ਕਰਕੇ ਐਡੇ ਵੱਡਾ ਫਤਵਾ ਦਿੱਤਾ ਸੀਗਾ ਆਮ ਆਦਮੀ ਪਾਰਟੀ ਨੂੰ। ਲੇਕਿਨ ਉਹ ਜਦੋਂ ਸੱਤਾ 'ਚ ਆਏ, ਉਹਨਾਂ ਦੇ ਜਿਹੜਾ ਲੋਕਾਂ ਨੂੰ ਲੱਗਿਆ, ਖਾਸ ਕਰਕੇ ਸਿੱਖ ਸੰਗਤ ਨੂੰ ਲੱਗਿਆ ਕਿ ਉਹ ਗੁੱਡ ਗਵਰਨੈਂਸ ਦੀ ਗੱਲ ਕਰਦੇ ਆ, ਜਿਸ ਤਰ੍ਹਾਂ ਦੇ ਹੋਰ ਉਹਦੇ ਕਾਰਨਾਮੇ ਹੈ, ਉਹਦੇ 'ਚ ਲੱਗਿਆ ਕਿ ਸ਼ਾਇਦ ਉਹ ਜਿਹੜਾ ਹੈ ਇਹਦੇ ਵਾਸਤੇ ਸਿੰਸੀਅਰ ਨਹੀਂ ਹੈਗੇ। ਜਿਸ ਤਰ੍ਹਾਂ ਦੇ ਉਹਨਾਂ ਨੇ ਇੰਡੀਕੇਸ਼ਨ ਦਿੱਤੇ, ਭਾਵੇਂ ਉਹ ਰਾਜ ਸਭਾ ਦਾ ਮਸਲਾ ਸੀ, ਭਾਵੇਂ ਮੰਤਰੀ ਮੰਡਲ ਨੂੰ ਬਣਾਉਣ ਵਾਲਾ ਮਸਲਾ ਸੀ, ਜਾਂ ਹੋਰ ਵੀ ਅਸੀਂ ਕਹੀਏ ਜਿਹੜੇ ਪੰਜਾਬ ਦੇ ਹੋਰ ਇਸ਼ੂ ਸੀ, ਉਹ ਜਿਸ ਤਰ੍ਹਾਂ ਸਟੈਂਡ ਲਿਆ, ਲੋਕਾਂ ਨੂੰ ਇਹ ਲੱਗਿਆ ਕਿ ਹੁਣ ਇਹਨੂੰ ਵੀ ਟਾਲਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਰਕੇ ਬਾਈਬਲ ਕਲਾਂ ਦੇ ਵਿੱਚ ਦੁਆਰਾ ਜਿਹੜੇ ਸ਼ਹੀਦਾਂ ਦੇ ਪਰਿਵਾਰ ਸੀਗੇ, ਉਹਨਾਂ ਨੇ ਉਹ ਜਿਹੜਾ ਆ ਰੱਖਿਆ ਸੀ, ਧਰਨਾ ਦਿੱਤਾ ਸੀਗਾ, ਔਰ ਧਰਨਾ ਇਹ ਵੱਧ ਗਿਆ ਕਿਉਂਕਿ ਨੈਸ਼ਨਲ ਜਿਹੜਾ ਹਾਈਵੇ ਜਾਮ ਕਰ ਦਿੱਤਾ ਗਿਆ। ਜਦੋਂ ਆਪਣੇ ਜਿਹੜੇ ਮਾਨ ਸਾਹਿਬ ਹੈ ਪੰਜਾਬ ਦੇ CM, ਉਹ ਬਾਹਰ ਜਿਹੜੇ ਘੁੰਮ ਰਹੇ ਸੀ, ਕਦੀ ਹਿਮਾਚਲ 'ਚ, ਕਦੀ ਗੁਜਰਾਤ 'ਚ, ਤਾਂ ਉਸ ਸਮੇਂ ਜਿਹੜਾ ਹੈ ਉਹਨਾਂ ਨੇ ਸਿੱਖ ਸੰਗਤ ਨੇ ਧਿਆਨ ਖਿੱਚਣ ਵਾਸਤੇ ਉੱਥੇ ਜਾਮ ਲਾਤਾ, ਅਤੇ ਉਹਦੇ 5 ਜਿਹੜੇ ਹੈ ਪੰਜਾਬ ADG ਦਫ਼ਤਰ ਦੇ ਵਿੱਚੋਂ 5 ਵਕੀਲਾਂ ਨੇ ਜਾ ਕੇ ਇਨਸਾਫ ਕਿਹਾ ਕਿ ਅਸੀਂ ਸਾਨੂੰ ਟਾਈਮ ਦਿਓ, ਅਸੀਂ ਤੁਹਾਡੇ ਨਾਲ ਇਨਸਾਫ ਕਰਾਂਗੇ। ਉਹ ਟਾਈਮ ਮਿਲ ਗਿਆ, ਲੇਕਿਨ ਜਿਹੜੇ 5 ਬੰਦੇ ਆ ਉਹਨਾਂ ਦੀ ਆਪਣੀ ਭਰੋਸੇਯੋਗਤਾ ਬੜੀ ਜਿਹੜੀ ਸ਼ੱਕ ਦੇ ਘੇਰੇ 'ਚ ਹੈ, ਕਿਉਂਕਿ ਉਹਨਾਂ 'ਚੋਂ ਕੁਝ ਵਿਅਕਤੀ ਨੇ ਜਿਹੜੇ ਪਹਿਲਾਂ ਹੀ ਪੁਲਿਸ ਮੁਕਾਬਲਿਆਂ 'ਚ ਪੁਲਿਸ ਵੱਲੋਂ ਵਕਾਲਤ ਕਰਦੇ ਰਹੇ ਆ, ਅਤੇ ਸਿੱਖਾਂ ਦੇ ਨਾਲ ਜੇ ਕਿ ਸਿੱਖ ਸੰਗਤ ਜਿਹੜੇ ਉਹਨਾਂ ਤੋਂ ਜਿਹੜੇ ਉਹ ਇਨਸਾਫ ਦਵਾ ਦੇਣਗੇ, ਇਹ ਬਹੁਤ ਜਿਹੜਾ ਹਾਲੇ ਸ਼ੰਕੇ ਨੇ, ਕਈ ਕਿਸਮ ਦੇ ਸਵਾਲ ਨੇ ਦਿੱਤੇ। ਅਤੇ ਕਿਉਂਕਿ ਜਿਸ ਤਰ੍ਹਾਂ ਪੰਜਾਬ ਦਾ AG ਹੈਗਾ ਮੋਹਨ ਰਤਨ ਸਿੰਘ ਹੈ, ਜਿਹੜਾ ਉਹਦਾ ਵੀ ਜਿਹੜਾ ਪਿਛੋਕੜ ਹੈ
ਉਹ ਪੁਲਿਸ ਜਿਹੜੇ ਦੋਸ਼ੀ ਪੁਲਿਸ ਵਾਲੇ ਆ ਉਹਨਾਂ ਦੀ ਹਮਾਇਤ 'ਚ ਕੇਸ ਲੜਦੇ ਰਹੇ ਆ ਤੇ ਉਹ ਅੱਗੇ ਕਿੰਨਾ ਕੁ ਇਨਸਾਫ ਦਿਵਾਉਂਦੇ, ਸੰਗਤਾਂ ਨੂੰ ਜ਼ਰੂਰ ਇਹਦੇ ਤੇ ਸ਼ੰਕੇ ਹੈਗੇ। ਸਰਦਾਰ ਜਸਪਾਲ ਸਿੰਘ ਜੀ, ਜਿਵੇਂ ਕਿ 2015 ਤੋਂ ਇਹ ਮਾਮਲਾ ਲਗਾਤਾਰ ਚੱਲਿਆ ਆ ਰਿਹਾ ਆ, ਉਸ ਟਾਈਮ ਜਿਹੜੀ ਸ਼੍ਰੋਮਣੀ ਅਕਾਲੀ ਦਲ ਆਪਣਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਜਦੋਂ ਇਹ ਸਾਰਾ ਕੁਝ ਵਾਪਰਿਆ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆ ਗਏ, ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਰਹੇ, ਪਰ ਕੋਈ ਵੀ ਜਿਹੜਾ ਕਿ ਹੱਲ ਨਹੀਂ ਹੋਇਆ, ਕੋਈ ਇਨਸਾਫ ਨਹੀਂ ਮਿਲਿਆ। ਤੇ ਇਹਦੇ ਵਿੱਚ ਕਈ ਮੋਰਚੇ ਵੀ ਉੱਥੇ ਲੱਗਦੇ ਰਹੇ ਨੇ, ਬਰਗਾੜੀ ਦੇ ਵਿੱਚ ਮੋਰਚੇ ਵੀ ਚੱਲੇ ਆ, ਵੱਡੇ ਵੱਡੇ ਕਾਫਲੇ ਵੀ ਗਏ ਨੇ, ਪਰ ਹੁਣ ਜਿਹੜੀ ਆ ਕਿ ਉੱਥੇ ਸੜਕ ਜਾਮ ਕੀਤੀ ਗਈ ਹੈ, ਜਾਂ ਫਿਰ ਹੁਣ ਦੁਬਾਰਾ ਜਿਹੜੀ ਆ ਮੂਵਮੈਂਟ ਨੂੰ ਦੁਬਾਰਾ ਜਿਹੜਾ ਕਿ ਚਲਾਇਆ ਜਾ ਰਿਹਾ, ਸ਼ੁਰੂ ਕੀਤਾ ਜਾ ਰਿਹਾ। ਸੋ ਕਿੱਥੇ ਤੱਕ ਜਾ ਕੇ ਇਹ ਕੰਮ ਖਤਮ ਹੋਏਗਾ, ਕਿੰਨੀ ਦੇਰ ਇਹ ਹੋਰ ਇਸੇ ਤਰ੍ਹਾਂ ਲਟਕਦਾ ਰਹੇਗਾ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਮਸਲਾ ਦਬਣਾ ਇਸ ਕਰਕੇ ਨਹੀਂ। ਹੁਣ ਤੁਸੀਂ ਜਿਹੜਾ ਕ੍ਰਿਸ਼ਨ ਭਗਵਾਨ ਸਿੰਘ, ਜਿਹੜਾ ਇੱਕ ਤੇ ਗੁਰਮੀਤ ਸਿੰਘ, ਦੋ ਸਿੰਘ ਮਾਰੇ ਗਏ ਸੀ ਉੱਥੇ ਬਹਿਬਲ ਕਲਾਂ ਦੇ ਇਸੇ ਬਰਗਾੜੀ ਵਾਲੇ ਬੇਅਦਬੀ ਕੇਸ ਦੇ ਵਿੱਚ, ਉਹਨਾਂ ਦੀਆਂ ਸਿੱਖ ਹਿੰਦੂਜ਼ਮ ਵਿੱਚ ਉਹਨਾਂ ਦੀਆਂ ਫੋਟੋ ਵੀ ਲੱਗੀਆਂ। ਤੇ ਇਹਦਾ ਮਤਲਬ ਇਹ ਮਸਲਾ ਭਰਦਾ ਰਹੇਗਾ, ਭਰਦਾ ਰੱਖਿਆ ਜਾਵੇਗਾ। ਤੇ ਇੱਕ ਹੁਣ ਚੌਥਾ ਚੀਫ ਮਿਨਿਸਟਰ ਆ ਗਿਆ। ਇੱਕ ਚੀਫ ਮਿਨਿਸਟਰ ਵੇਲੇ ਸਾਰਾ ਕੁਝ ਹੋ ਗਿਆ ਸੀ, ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ, ਉਦੋਂ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਆ ਗਿਆ, ਚਰਨਜੀਤ ਚੰਨੀ ਆ ਗਿਆ, ਹੁਣ ਭਗਵੰਤ ਸਿੰਘ ਮਾਨ ਆ ਗਏ। ਚੌਥੇ ਚੀਫ ਮਿਨਿਸਟਰ ਤੱਕ ਇਹਦਾ ਫੈਸਲਾ ਨਹੀਂ ਹੋਇਆ। ਪਰ ਇਹਦੇ 'ਚ ਕੋਈ ਸਪਸ਼ਟ ਗੱਲ ਹੈ ਵੀ ਇਹ ਪਹਿਲੀਆਂ ਜਿਹੜੀਆਂ ਦੋ ਗੌਰਮੈਂਟ ਹੈ, ਅਕਾਲੀ ਦਲ ਨੂੰ ਤਾਂ ਉਹਨੇ ਆਲਮੋਸਟ ਹੀ ਇਸ ਬੇਅਦਬੀ ਦੇ ਕਾਰਨ ਨੇ ਬਹੁਤ ਵੱਡਾ ਧੱਕਾ ਲਾਇਆ, ਖਤਮ ਹੀ ਕਰਤਾ ਇੱਕ ਤਰੀਕੇ ਨਾਲ। ਖਤਮ ਇਸ ਕਰਕੇ ਅਕਾਲੀ ਦਲ ਦੀ ਉਹ ਗੱਲ ਨਹੀਂ ਰਹਿਣੀ। ਅਕਾਲੀ ਦਲ, ਜਿਵੇਂ ਖੁਸ਼ਹਾਲ ਸਿੰਘ ਹੋਰਾਂ ਨੇ ਦੱਸਿਆ, ਕਿ ਅਕਾਲੀ ਦਲ ਟਾਸਕ ਫੋਰਸ ਦੇ ਲੈਵਲ ਉੱਤੇ ਖੜਾ ਕੀਤਾ ਸੀ 1920 ਦੇ ਵਿੱਚ। SGPC ਤੋਂ ਗੁਰਦੁਆਰਿਆਂ ਦੇ ਮਹਾਨਤਾ ਤੋਂ ਛੁਡਾ ਕੇ ਕਬਜ਼ੇ ਲੈ ਰਹੀ ਸੀ। ਉਦੋਂ ਫਿਰ ਇੱਕ ਦਸਤਾ ਬਣਾਇਆ ਸੀ ਅੱਗੇ ਟਾਸਕ ਫੋਰਸ ਦਾ, ਜਿਹੜਾ ਥਾਂ ਜਾ ਕੇ ਅੱਗੇ ਸਾਰਾ ਮਾਹੌਲ ਤਿਆਰ ਕਰਦਾ ਸੀ, ਜਾਂ ਇੱਕ ਫੋਰਸ ਸੀ ਤਕੜੀ ਜਿਹੜੀ ਕਿ SGPC ਦੇ ਜਿਹੜੇ ਧਾਰਮਿਕ ਬੰਦੇ ਸੀ ਉਹਨਾਂ ਦੀ ਮਦਦ ਕਰਦੀ ਸੀ। ਉਹ ਟਾਸਕ ਫੋਰਸ ਸੀ ਜਿਹੜੀ ਉਹ ਅਕਾਲੀ ਦਲ ਦਾ ਰੂਪ ਧਾਰ ਕੇ 100 ਸਾਲ ਹੋ ਗਏ ਆ। ਪਰ ਉਸ ਅਕਾਲੀ ਦਲ ਤੋਂ ਕੋਈ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਵੀ ਜਿਹੜੀ ਗੁਰਬਾਣੀ ਦੇ ਜਾਂ ਗੁਰੂ ਦੀ ਪਰੰਪਰਾ ਦੀ ਰੱਖਿਆ ਲਈ ਬਣੀ ਹੋਵੇ ਸਾਰੀ ਗੱਲ, ਜਾਂ ਉਸ ਦੀ ਪੋਲੀਟਿਕਸ ਲਈ ਸਿੱਖ ਕੌਮ ਦੀ ਬਣਿਆ ਹੋਵੇ, ਉਹ ਸਿੱਖ ਪੰਥ ਦੀ, ਉਹ ਮੁੜ ਕੇ ਫਿਰ ਇਹੋ ਜਿਹੇ ਕੰਮ ਕਰੇ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਪਿੱਛੇ ਉਹਦਾ ਹੱਥ ਹੋਵੇ। ਇਸ ਕਰਕੇ ਹੋਵੇ ਵੀ ਉਹਨੇ ਮਿਣਤੀਆਂ ਕੀਤੀਆਂ ਸੀ। ਬੋਰਡ ਆਪਦਾ ਬੇਸ ਤਿਆਰ ਕਰਨਾ ਸੀ, ਵੋਟ ਬੈਂਕ ਤਿਆਰ ਕਰਨਾ ਸੀ, ਜਿਹੜਾ ਅੱਜ ਦਾ ਮਾਡਰਨ ਸਿਸਟਮ ਹੈ, ਜਿਹਦੇ ਵਿੱਚ ਇੱਥੋਂ ਤੱਕ ਹੈ ਵੀ ਸਾਡੇ ਹੁਣ ਕਈ ਸਾਲਾਂ ਤੋਂ ਇਹੀ ਪੋਲੀਟਿਕਸ, ਖਾਸ ਕਰਕੇ 2014 ਤੋਂ ਬਾਅਦ ਜਿਹੜੀ BJP ਸਰਕਾਰ ਆਈ ਹੈ ਸੈਂਟਰ ਦੇ ਵਿੱਚ, ਉਹ ਵੀ ਇਹ ਵੋਟ ਬੈਂਕ ਦੀਆਂ ਮਿਣਤੀਆਂ 'ਚ ਟਾਰਗੇਟ ਕਿਸੇ ਹੋਰ ਛੋਟੇ ਘੱਟ ਗਿਣਤੀ ਫਿਰਕੇ ਨੂੰ ਕਰ ਰਹੀ ਹੈ। ਇਹਨਾਂ ਨੇ ਵੀ ਇਸੇ ਤਰੀਕੇ ਨਾਲ ਆਪਦਾ ਬੇਸ ਤਿਆਰ ਕਰਨ ਲਈ ਸਾਰਾ ਕੀਤਾ ਸੀ। ਬਿਲਕੁਲ ਪਹਿਲੀ ਗੱਲ ਕਲੀਅਰ ਚਾਹੀਦਾ ਵੀ ਇਹ ਅੱਜ ਦੀਆਂ ਜਿਹੜੀਆਂ ਮਾਡਰਨ ਕੰਪਨੀਆਂ, PR ਕੰਪਨੀਆਂ, ਜਿਹੜੀਆਂ ਕਿ ਤੁਹਾਨੂੰ ਇੱਕ ਮਾਡਲ ਤਿਆਰ ਕਰਕੇ ਦਿੰਦੀ ਹੈ, ਇਹ ਉਸ ਵੇਲੇ ਸੁਖਬੀਰ ਸਿੰਘ ਬਾਦਲ ਜ਼ਿਆਦਾ ਇਲੈਕਸ਼ਨ ਆ ਰਹੀ ਸੀ, ਉਹਦੇ ਲਈ 2 ਸਾਲ ਪਹਿਲਾਂ ਹੀ 17 ਦੀ ਇਲੈਕਸ਼ਨ ਤੋਂ ਪਹਿਲਾਂ ਆਪਦਾ ਮਾਹੌਲ ਤਿਆਰ ਕਰਦਾ ਸੀ, ਮੇਰਾ ਬੇਸ ਵੱਧ ਜੇ। ਤਾਂ ਬੇਸ ਬਣਾਉਣ ਦੀ ਇਸ ਕਰਕੇ ਵੀ ਲੋੜ ਪਈ ਸੀ ਉਹਨੂੰ ਵੀ ਇਹ ਸਾਰਾ ਕੇਸ 2007 ਤੋਂ ਚੱਲਦਾ। 2007 ਵਿੱਚ ਜਦੋਂ ਸਰਕਾਰ, ਕੈਪਟਨ ਦੀ ਸਰਕਾਰ, ਕਾਂਗਰਸ ਦੀ ਸਰਕਾਰ ਗਿਰੀ ਤੇ ਅਕਾਲੀ ਦਲ ਦੀ ਸਰਕਾਰ ਆਈ, ਤਾਂ ਫਿਰ ਮਾਲਵੇ ਵਿੱਚ 69 ਸੀਟਾਂ ਸੀਗੀਆਂ, 69 ਸੀਟਾਂ ਸੀ ਮਾਲਵੇ 'ਚ MLA ਦੀਆਂ ਕੰਸਟੀਟਿਊਂਟ ਸੀਟਾਂ ਸੀਗੀਆਂ। ਉਹਦੇ ਵਿੱਚੋਂ 40 ਸੀਟਾਂ ਫਿਰ ਵੀ ਕਾਂਗਰਸ ਜਿੱਤ ਗਈ। ਤੇ ਇਹਨਾਂ ਨੂੰ ਲੱਗਿਆ ਵੀ ਅਕਾਲੀ ਦਲ ਦਾ ਜਿਹੜਾ ਬੇਸ ਆ ਉਹ ਮਾਲਵਾ, ਤੇ ਅਕਾਲੀ ਦਲ ਦੇ ਬਾਦਲਾਂ ਦੇ ਪਿੰਡ ਤੇ ਸਾਰਾ ਏਰੀਆ ਵੀ ਉੱਥੇ ਏਰੀਏ 'ਚ ਪੈਂਦਾ। ਤੇ ਇਹਨਾਂ ਨੂੰ ਲੱਗਿਆ ਵੀ ਇਹ ਤਾਂ ਸਾਡਾ ਮਾਲਵੇ ਵਿੱਚੋਂ ਬੇਸ ਖੁੱਸ ਗਿਆ, ਅਸੀਂ ਇਹਨੂੰ ਕਿਵੇਂ ਰਿਗੇਨ ਕਰੀਏ। ਉਦੋਂ ਫਿਰ ਉਸ ਵੇਲੇ ਦਾ DIG ਇੰਟੈਲੀਜੈਂਸ ਦੇ ਵੀ ਬਿਆਨ ਸਾਰੇ ਹੈਗੇ ਆ, ਲਿਖਤੀ ਰੂਪ 'ਚ ਸਾਰਾ, ਜਿਹਦਾ ਕਿ ਅਸੀਂ ਉਹ ਅਸੈਂਬਲੀ ਦਾ ਜਿਹੜੀ ਪੰਥਕ ਅਸੈਂਬਲੀ ਦੇ ਕਹਿਣ ਉੱਤੇ ਅਸੀਂ ਕੱਚਾ ਚਿੱਟਾ ਛਾਪਿਆ ਸੀਗਾ ਕੇਂਦਰੀ ਸਿੰਘ ਸਭਾ ਨੇ। ਤੇ ਇਹ ਉਸੇ ਲੈਵਲ ਤੇ ਅਸੀਂ ਤਿਆਰ ਕੀਤਾ ਸੀ। ਉੱਥੇ ਬਿਲਕੁਲ ਸਪਸ਼ਟ ਸੀ, ਸਾਰੀਆਂ ਡੇਟਾ ਅਸੀਂ ਦਿੱਤੀਆਂ ਸੀ ਸਾਰੀਆਂ, ਵੀ ਇਹ ਆਪਦਾ ਬੇਸ ਤਿਆਰ ਕਰਨ ਲਈ ਸਾਰਾ ਇਹ ਅਕਾਲੀ ਦਲ ਨੇ ਉਦੋਂ ਪ੍ਰਪੰਚ ਰਚਿਆ ਸੀ। ਤੁਸੀਂ ਦੇਖੋ 2007 ਦੇ ਵਿੱਚ
ਉੱਥੇ ਜਦੋਂ ਲੜਾਈ ਹੋਈ ਬਠਿੰਡੇ ਦੇ ਵਿੱਚ, ਇਹਨਾਂ ਨੇ ਜਿਹੜਾ ਸਲਾਵਤਪੁਰੇ ਦੀ ਘਟਨਾ 'ਚ ਉਹ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚ ਕੇ, ਡੇਰਾ ਸਰਸੇ ਵਾਲਾ ਜਿਹੜਾ ਡੇਰਾ ਮੁਖੀ ਸੀ, ਉਹਨੇ ਸਾਰਾ ਸਵਾਂਗ ਰਚ ਕੇ ਤੇ ਉਸੇ ਤਰੀਕੇ ਨਾਲ ਅੰਮ੍ਰਿਤ ਦੀ ਥਾਂ ਇਨਸਾਨ ਜਿਹੜਾ ਛਕਾ ਕੇ ਲੋਕਾਂ ਨੂੰ ਕਿਹਾ ਵੀ ਇਨਸਾਨ ਬਣੋ, ਮੈਂ ਸਾਰਾ ਨਾਮ ਬਦਲੋ, ਸਾਰਾ ਕੁਝ। ਉਹਦੇ ਵਿਰੋਧ ਵਿੱਚ ਜਿਹੜਾ ਪ੍ਰੋਟੈਸਟ ਚੱਲਿਆ 2007 'ਚ, ਉਹਦੇ ਨਾਲ ਕਾਫੀ ਅੱਗੇ ਕੇਸ ਕੂਸ ਹੋਏ, ਪਰ ਬਾਦਲਾਂ ਨੇ ਫਿਰ ਉਸ ਦੀ ਬਰੀ ਕਰਾਤਾ ਸੀਗਾ ਸਾਰਾ। ਜਿਹੜੇ ਆਪਣਾ ਅਕਾਲੀ ਦਲ ਦਾ ਬੰਦਾ ਸੀ, ਜਿਹਦੇ ਕਹੇ ਬਠਿੰਡੇ 'ਚ ਕੇਸ ਦਰਜ ਹੋਏ ਸੀ, ਬੰਦਾ ਮਾਰਿਆ ਗਿਆ ਸੀ, ਇੱਕ ਸਿੰਘ ਮਾਰਿਆ ਗਿਆ ਸੀਗਾ, ਇਹਨਾਂ ਦੇ 2012 ਦੇ ਵਿੱਚ ਉਦੋਂ ਪਹਿਲਾਂ ਬਰੀ ਕਰਾਤਾ ਉਹਨੂੰ ਬਠਿੰਡੇ ਜੇਲ੍ਹ 'ਚੋਂ। ਬਠਿੰਡੇ ਕੇਸ ਸੀ ਕੋਰਟ ਦੇ ਵਿੱਚ। ਉਸ ਤੋਂ ਬਾਅਦ ਫਿਰ ਇਹਨਾਂ ਨੇ ਫਿਰ ਸੋਚਿਆ ਕਿ ਇਹ ਸਾਰਾ ਕੁਝ ਸਾਨੂੰ ਬੇਸ ਤੋਂ ਹੀ ਰੱਖਣਾ ਚਾਹੀਦਾ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸਰਸੇ ਵਾਲਾ ਸਿੱਧਾ ਕਾਂਗਰਸ ਦੀ ਸਪੋਰਟ 'ਤੇ ਖੜਾ ਸੀਗਾ, ਤੇ ਇਸ ਕਰਕੇ ਫਿਰ ਜਿਹੜੀਆਂ ਘਟਨਾਵਾਂ ਵਾਪਰੀਆਂ। 1 ਜੂਨ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਿੰਡ ਜਵਾਰਕੇ ਤੋਂ ਚੋਰੀ ਹੋਇਆ, ਤੇ ਉਦੋਂ ਜੂਨ ਤੋਂ ਲੈ ਕੇ ਜਦੋਂ ਇਹ ਗੋਲੀ ਵਿੱਚ ਦੋ ਸਿੰਘਾਂ ਦਾ ਸਿੰਘ ਸ਼ਹੀਦ ਹੁੰਦੇ ਆ, ਉਦੋਂ ਤੱਕ 4.5 ਮਹੀਨੇ ਬਣਦੇ ਆ। 4.5 ਮਹੀਨਿਆਂ ਦੇ ਵਿੱਚ ਇਹੀ ਕੁਛ ਰਿਹਾ ਵੀ ਇਹਨਾਂ ਤੋਂ ਕੰਟਰੋਲ ਹੀ ਨਾ ਹੋਇਆ ਸਾਰਾ ਕੁਛ। 4.5 ਮਹੀਨੇ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਮਿਲ ਗਏ, ਅੰਗ ਮਿਲ ਗਏ, ਕਿਤੇ ਖਿਲਰੇ, ਕਿਤੇ ਉਹਦੀ ਬੇਅਦਬੀ ਦੇ ਘਟਨਾਵਾਂ ਮਿਲ ਗਈਆਂ, ਕਿਤੇ ਸਿੱਖਾਂ ਵਿਰੁੱਧ ਇਸ਼ਤਿਹਾਰ ਲੱਗੇ ਮਿਲ ਗਏ। ਇਹ ਸਾਰੇ ਉਸੇ 6 ਪਿੰਡਾਂ ਦੇ ਵਿੱਚ ਬਗਰਾੜੀ ਦੇ ਆਲੇ ਦੁਆਲੇ ਇਹ ਸਾਰਾ ਕੁਛ ਮਿਲਦਾ ਰਿਹਾ। ਇਹ ਸਾਰਾ ਜਿਹੜਾ ਸਾਰਾ ਕੁਛ ਖੜਾ ਕੀਤਾ, ਵੋਟਾਂ ਦੀ ਗਿਣਤੀ ਮਿਣਤੀ ਨਾਲ ਕੀਤਾ। ਇਹ ਵੋਟਾਂ ਦੀ ਗਿਣਤੀ ਮਿਣਤੀ ਕਰਕੇ ਹੀ ਕਾਂਗਰਸ ਨੇ, ਜਿਹੜੇ ਭਾਵੇਂ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ। ਇੱਕ ਤਾਂ ਵੋਟਾਂ ਦੀ ਗਿਣਤੀ ਮਿਣਤੀ ਕਰਕੇ, ਦੂਜਾ ਅੰਦਰੋਂ ਅੰਦਰ ਉਹਨੇ ਬਾਦਲਾਂ ਨਾਲ ਸਮਝੌਤਾ ਕਰ ਲਿਆ। ਤੇ ਮੈਨੂੰ ਲੱਗਦਾ ਚੰਨੀ ਕੋਲ ਤਾਂ ਕੋਈ ਹੈ ਹੀ ਨਹੀਂ ਸੀਗਾ ਪੀਰੀਅਡ ਜਿਹੜਾ ਕੁਛ ਕਰ ਸਕਦਾ ਸੀਗਾ, ਬਹੁਤ ਥੋੜਾ ਪੀਰੀਅਡ ਸੀ। ਚੌਥੇ ਨੰਬਰ ਤੇ ਹੁਣ ਭਗਵੰਤ ਮਾਨ ਜਿਹੜਾ ਆ ਗਿਆ ਚੀਫ ਮਿਨਿਸਟਰ ਦੇ ਲੈਵਲ ਤੇ, ਇਹ ਹੁਣ ਕੀ ਕਰੇਗਾ? ਇਸ ਦਾ ਵੀ ਜਿਹੜਾ ਸਾਰਾ ਦਾਰੋਮਦਾਰ ਜਿਹੜਾ ਹੁਣ ਤੱਕ ਦਾ ਲੱਗਦਾ ਲੋਕਾਂ ਨੂੰ, ਇਹ ਲੱਗਦਾ ਵੀ ਇਹ ਜਿਹੜਾ ਹਿੰਦੂਤਵਾ ਦਾ ਚੌਕਟਾ ਫਰੇਮਵਰਕ ਹੈ, ਉਹ ਉਸੇ ਦੇ ਵਿੱਚ ਹੀ ਇਹ ਕੰਮ ਕਰਦਾ। ਉਹਦੇ ਵਿੱਚ ਫਿਰ ਇਹ ਇਨਸਾਫ ਦੇਣਾ ਔਖਾ, ਕਿਉਂਕਿ ਉਦੋਂ ਫਿਰ ਉਹ ਸਮੇਧ ਸੈਣੀ ਨੂੰ ਬਚਾਉਣਾ ਹੁੰਦਾ। ਉਹ ਸਮੇਧ ਸੈਣੀ ਤੇ ਹੋਰ ਜਿਹੜੇ ਪੁਲਿਸ ਅਫੀਸਰ ਆ ਜਿਨ੍ਹਾਂ ਨੇ ਲੜਕੇ ਮਾਰੇ ਆ, ਸਿੱਖਾਂ ਦੇ ਨੌਜਵਾਨ ਮਾਰੇ ਆ ਜਾਂ ਹੋਰ ਸਾਰੇ ਤਸ਼ੱਦਦ ਕੀਤੇ ਆ, ਉਹ ਇਸ ਨਾਂ 'ਤੇ ਕੀਤਾ ਤਸ਼ੱਦਦ ਉਹਨਾਂ ਨੇ ਵੀ ਅਸੀਂ ਦੇਸ਼ ਦੀ ਯੂਨਿਟੀ ਇੰਟੈਗ੍ਰਿਟੀ ਨੂੰ ਬਚਾ ਰਹੇ ਹਾਂ, ਅਸੀਂ ਵੱਡਾ ਦੇਸ਼ ਦਾ ਕੰਮ ਕਰ ਰਹੇ ਹਾਂ, ਇਸ ਕਰਕੇ ਜਿਹੜਾ ਅਸੀਂ ਦੇਸ਼ ਨੂੰ ਟੁੱਟਣ ਤੋਂ ਬਚਾ ਰਹੇ ਹਾਂ, ਇੱਥੋਂ ਦੀ ਡੈਮੋਕ੍ਰੇਸੀ ਬਚਾ ਰਹੇ। ਇਹ ਆਪਦਾ ਵੱਡਾ ਜ਼ਿਆਦਾ ਕਲੇਮ ਕਰਕੇ ਇਹ ਅਫਸਰ ਸਾਰਾ ਕਰਦੇ ਆ, ਤੇ ਸੈਂਟਰ ਦਾ ਪੂਰੀ ਇਹਨਾਂ ਦੇ ਪਿੱਛੇ, ਇਹਨਾਂ ਦੇ ਸਿਰ ਤੇ ਹੱਥ ਹੁੰਦਾ। ਇਸ ਕਰਕੇ ਅੱਜ ਤੱਕ ਇਹਨਾਂ ਨੂੰ ਸਜ਼ਾ ਨਹੀਂ ਮਿਲੀ। ਹਜੇ ਵੀ ਜਿਹੜਾ ਇਹ ਖੁਸ਼ਹਾਲ ਸਿੰਘ ਹੋਰੇ ਕਹਿ ਬੈਠੇ ਆ, ਜਿਹੜਾ ਏਜੀ ਹੈ ਸਾਰਾ, ਉਹ ਸਾਰੇ ਬੰਦੇ ਜਿਹੜਾ ਡਾਕਟਰ ਅਨਮੋਲ ਰਤਨ ਸਿੱਧੂ ਵਰਗੇ, ਉਹ ਸਾਰੇ ਉਸੇ ਫਰੇਮਵਰਕ ਦੇ ਵਿੱਚ, ਉਸੇ ਥਿੰਕਿੰਗ ਵਿੱਚ ਕੰਮ ਕਰ ਰਹੇ ਆ। ਇਸ ਕਰਕੇ ਬੜਾ ਮੁਸ਼ਕਿਲ ਹੋ ਰਿਹਾ। ਪਰ ਹੁਣ ਇਹ ਲੱਗ ਰਿਹਾ ਵੀ ਦੁਬਾਰਾ ਫਿਰ ਮੋਰਚਾ ਬਗਰਾੜੀ ਦਾ ਭੱਜ ਗਿਆ ਉੱਥੇ। ਜਿਹੜਾ ਹੁਣ ਚਲੋ ਬੇਸ਼ੱਕ ਇਹਨਾਂ ਨੇ 3 ਮਹੀਨਿਆਂ ਦਾ ਟਾਈਮ ਮੰਗਿਆ ਗਾ ਵੀ ਅਸੀਂ ਕੁਛ ਨਾ ਕੁਛ ਕਰਾਂਗੇ, 3 ਮਹੀਨੇ ਤਾਂ ਲੰਘ ਜਾਣਗੇ, ਪਰ ਇਹ ਮਸਲਾ ਹੁਣ ਰੁਕਣਾ ਨਹੀਂ, ਫਿਰ ਗਰਮ ਹੋਊਗਾ। ਇਸ ਨੂੰ ਕੋਈ ਨਾ ਕੋਈ ਜਵਾਬ ਦੇਣਾ ਪਊਗਾ, ਜਦੋਂ ਕਿ ਵਾਅਦੇ ਕੀਤੇ ਸੀ ਇਹਨੇ ਵੀ ਕੁਝ ਦਿਨਾਂ ਵਿੱਚ ਹੀ ਅਸੀਂ ਸਾਰਾ ਕੁਛ ਕਰ ਦਿਆਂਗੇ। ਡਾਕਟਰ ਖੁਸ਼ਹਾਲ ਸਿੰਘ ਜੀ, ਤੁਸੀਂ ਕਿਹਾ ਸੀਗਾ ਕਿ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ, ਉਹ ਜਿਹੜੀ ਆ ਅਗਨ ਪ੍ਰੀਖਿਆ ਦੇ ਵਿੱਚੋਂ ਲੰਘ ਰਹੀ ਹੈ। ਠੀਕ ਹੈ, ਅਗਨ ਪ੍ਰੀਖਿਆ ਦੇ ਵਿੱਚੋਂ ਲੰਘ ਰਹੀ ਆ, ਪਰ ਸਿੱਖ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਲੋਕ, ਗੁਰੂ ਨਾਨਕ ਨਾਮ ਲੇਵਾ ਸੰਗਤ ਹੈ, ਉਹ ਲੰਮੇ ਸਮੇਂ ਤੋਂ ਇੱਕੋ ਮੰਗ ਕਰ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਫੜਿਆ ਜਾਵੇ। ਪਰ ਜਿਹੜੀ ਵੀ ਸਰਕਾਰ ਆਉਂਦੀ ਹੈ, ਉਹ ਕਿਸੇ ਨਾ ਕਿਸੇ ਤਰ੍ਹਾਂ ਸਮਾਂ ਦੇ ਕੇ, ਕਦੇ 15 ਦਿਨ, ਕਦੇ 3 ਮਹੀਨੇ, ਜਿਵੇਂ ਹੁਣ ਵੀ ਇਹਨਾਂ ਨੇ ਸਮਾਂ ਲੈ ਲਿਆ। ਅਤੇ ਫਿਰ ਕੀ ਅਗਨ ਪ੍ਰੀਖਿਆ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਆ ਕਿਸ ਤਰ੍ਹਾਂ ਦੀ ਭੂਮਿਕਾ ਹੋਣੀ ਚਾਹੀਦੀ ਹੈ, ਉਸ ਨੂੰ ਕਿਸ ਅੱਖ ਦੇ ਨਾਲ ਵੇਖਣਾ ਚਾਹੀਦਾ ਕਿ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ, ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਉਹਨੂੰ ਸੰਤੁਸ਼ਟੀ ਹੋ ਸਕੇ, ਅਤੇ ਇਹ ਭਗਵੰਤ ਮਾਨ ਜਿਹੜੇ ਪੰਜਾਬ ਦੇ CM ਬਣੇ ਆ, ਉਹ ਆਪਣੇ ਆਪ ਨੂੰ ਅਗਨ ਪ੍ਰੀਖਿਆ ਦੇ ਵਿੱਚੋਂ ਜਾਣੀ ਪੱਕਾ ਹੋ ਕੇ ਬਾਹਰ ਨਿਕਲ ਸਕਣ। ਦੇਖੋ ਜੀ, ਮੇਜਰ ਸਿੰਘ ਜੀ, ਜਿਸ ਤਰ੍ਹਾਂ ਪਹਿਲਾਂ ਜਸਪਾਲ ਸਿੰਘ ਨੇ ਵੀ ਦੱਸਿਆ ਹੈਗਾ ਆ, ਅਸਲ ਵਿੱਚ ਪ੍ਰੋਬਲਮ ਇਹ ਹੈ ਕਿ ਪੰਜਾਬ ਦੀ ਜਨਤਾ, ਪੰਜਾਬ ਦੀ ਸੰਗਤ ਕੁਛ ਹੋਰ ਚਾਹੁੰਦੀ ਹੈ, ਅਤੇ ਸਰਕਾਰ ਜਿਹੜੀ ਐਕਚੁਅਲੀ ਭਗਵੰਤ ਮਾਨ ਅੱਗੇ ਚਿਹਰਾ ਆ, ਜਿਹੜੀ ਸਰਕਾਰ ਦੇ ਵੱਡੇ ਫੈਸਲੇ ਹੈ ਉਹ ਦਿੱਲੀ ਤੋਂ ਹੁੰਦੇ ਆ। ਦਿੱਲੀ ਦੀ ਸੋਚ ਹੈ, ਜਿਹੜੀ ਦਿੱਲੀ ਦੀ ਹਾਈਕਮਾਂਡ ਦੀ ਸੋਚ ਹੈ, ਅਤੇ ਪੰਜਾਬ ਦੀ ਸੰਗਤ ਦੀ ਸੋਚ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਸੰਗਤ ਚਾਹੁੰਦੀ ਆ ਇੱਥੇ ਨਿਆਂ ਮਿਲੇ,
ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ। ਲੇਕਿਨ ਜਿਹੜੀ ਦਿੱਲੀ 'ਚ ਹਾਈ ਕਮਾਂਡ ਬੈਠੀ ਹੈ ਉਹ ਸੋਚਦੀ ਹੈ ਕਿ ਜਿਹੜੇ ਦੋਸ਼ੀ ਇਹਦੇ ਵਿੱਚ ਬਣਦੇ ਆ ਪੁਲਿਸ ਅਫਸਰ ਜੋ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ, ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਦਿਆਂ ਹੋਇਆ ਕੁਰਬਾਨੀ ਦਿੱਤੀ ਹੈ, ਉਹਨਾਂ ਕੋਲ ਕੋਈ ਗਲਤੀ ਹੋ ਗਈ ਹੈ ਤਾਂ ਉਹਨੂੰ ਸਿੱਖਾਂ ਨੂੰ ਜਾਂ ਸੰਗਤ ਨੂੰ ਭੁਲਾ ਦੇਣਾ ਚਾਹੀਦਾ, ਪੰਜਾਬੀਆਂ ਨੂੰ ਨਹੀਂ ਉਹ ਛੇੜਨਾ ਚਾਹੀਦਾ। ਇਸੇ ਕਰਕੇ ਹੀ ਹੈ, ਨਹੀਂ ਤਾਂ ਕਿਸੇ ਹੋਰ ਦੇਸ਼ ਦੇ ਵਿੱਚ ਜਾਂ ਹੋਰ ਕਿਸੇ ਸਟੇਟ ਦੇ ਵਿੱਚ ਸਮੇਰ ਸੈਣੀ ਵਰਗੇ ਪੁਲਿਸ ਅਧਿਕਾਰੀ ਕੰਟੀਨਿਊ ਨਹੀਂ ਕਰ ਸਕਦੇ। ਇਹ ਉਹਨਾਂ ਨੂੰ ਲੈ ਕੇ ਭਾਵੇਂ ਕੇਜਰੀਵਾਲ ਹੋਵੇ, ਭਾਵੇਂ ਮੋਦੀ ਜੀ ਹੋਣ, ਭਾਵੇਂ ਕੋਈ ਹੋਰ ਜਿਹੜੀ ਹੈ ਉਹਨਾਂ ਦੀ ਸੋਚ ਸੇਮ ਹੈ। ਉਹ ਪੰਜਾਬ, ਅਸੀਂ ਇਹਨੂੰ ਕਹਿੰਦੇ ਕਿ ਪੰਜਾਬ ਵਿਰੋਧੀ ਹੈ। ਉਹਨਾਂ ਨੂੰ ਦਿੱਲੀ 'ਚ ਬੈਠਿਆਂ ਨੂੰ ਪਤਾ ਨਹੀਂ ਹੈਗਾ ਕਿ ਜਦੋਂ 5 ਵਿਅਕਤੀ ਰਾਜ ਸਭਾ ਸਿਲੈਕਟ ਕਰ ਰਹੇ ਆ ਤੇ ਪੰਜਾਬ ਦੀ ਜਿਹੜੀ ਲੋਕ ਨੇ ਉਹਨਾਂ 'ਤੇ ਇਹਦਾ ਕੀ ਪ੍ਰਭਾਵ ਪੈਂਦਾ ਹੈ। ਜਦੋਂ ਉੱਥੋਂ ਬੈਠ ਕੇ ਭ੍ਰਿਸ਼ਟ ਤੇ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਹੈ ਜਿਨ੍ਹਾਂ 'ਤੇ ਦੋਸ਼ ਲੱਗੇ ਸਿੱਖਾਂ ਦੇ ਨੌਜਵਾਨਾਂ ਨੂੰ ਕਤਲ ਕਰਨ ਦੇ, ਉਹਨਾਂ ਨੂੰ ਦੀ ਹਮਾਇਤ ਵਿੱਚ ਜਾਂ ਉਹਨਾਂ ਨੂੰ ਵੱਡੀਆਂ ਪੋਸਟਾਂ ਦਿੱਤੀਆਂ ਜਾਂਦੀਆਂ ਤੇ ਪੰਜਾਬ ਦੇ ਦਿਲਾਂ 'ਚ ਕੀ, ਪੰਜਾਬੀਆਂ ਦੇ ਦਿਲਾਂ 'ਚ ਕੀ ਵਾਪਰ, ਜਿਨ੍ਹਾਂ ਦੇ ਘਰ ਜਿਹੜੇ ਚਿਰਾਗ ਬੁੱਝ ਗਏ ਆ, ਜਿਨ੍ਹਾਂ ਦੇ ਅੱਗੇ ਇਹਨੇ ਵਧੀਕੀਆਂ ਹੋਈਆਂ ਨੇ, ਉਹਨਾਂ ਪਰਿਵਾਰਾਂ ਦੇ, ਉਹਨਾਂ ਲੋਕਾਂ ਦੇ, ਉਹਨਾਂ ਪਿੰਡਾਂ ਦੇ ਵਿੱਚ ਕੀ ਬੀਤਦੀ ਹੈ ਇਹ ਨਹੀਂ ਪਤਾ। ਇਹ ਜੇ ਸਰਕਾਰ ਨੂੰ ਪਤਾ ਹੁੰਦਾ ਤਾਂ ਘੱਟੋ ਘੱਟ ਅਮੋਲ ਰਤਨ ਵਰਗੇ ਬੰਦੇ ਜਾਂ ਐਵੇਂ ਦੇ ਬੰਦੇ ਜਿਹੜੇ ਹੁਣ ਜਿਹਦੀ ਆਵਾਜ਼ ਪਿੱਛੇ ਅੱਜ ਜਿਹੜੇ ਵਿਜੇ ਕੌਰ ਪ੍ਰਤਾਪ ਸਿੰਘ ਨੇ ਵੀ ਉਠਾਈ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਬੰਦੇ ਆ, ਉਹਨਾਂ ਨੂੰ ਸਰਕਾਰ ਹੁਣ ਬਹੁਤ ਵਧੀਆ ਪੋਜੀਸ਼ਨਾਂ ਦੇ ਰਹੀ ਹੈ, ਉਹਨਾਂ ਵਧੀਆ ਪੋਸਟਾਂ 'ਤੇ ਲਾ ਰਹੀ ਹੈ ਤੇ ਸਰਕਾਰ ਦੀ ਮਨਸ਼ਾ 'ਤੇ ਸਵਾਲ 'ਤੇ ਖੜੇ ਹੋਣੇ। ਜਦੋਂ ਤੁਸੀਂ ਤੁਹਾਡੇ ਐਕਟ ਨੇ ਦੱਸਣਾ ਹੈ, ਤੁਸੀਂ ਉਹਨਾਂ ਬੰਦਿਆਂ ਨੂੰ ਵੱਡੀ ਪਾਵਰ ਦੇ ਰਹੇ ਹੋ। ਤੇ ਇਸ ਕਰਕੇ ਸਰਕਾਰ ਹੈ ਜਿਹੜੀ ਭਗਵੰਤ ਮਾਨ ਦੀ ਸਰਕਾਰ ਕਹਿ ਰਿਹਾ, ਇਹ ਡੰਮੀ ਸਰਕਾਰ ਹੈ। ਜਿਹੜੀ ਅਸਲੀ ਸਰਕਾਰ ਜਿਹੜੀ ਦਿੱਲੀ ਬੈਠ ਕੇ, ਚਾਹੇ ਉਹ ਕੇਜਰੀਵਾਲ ਹੋਵੇ, ਚਾਹੇ ਉਹ ਜਿਹੜਾ ਉਹ ਰਾਘਵ ਚੱਡਾ ਹੋਵੇ, ਜਿਹੜੇ ਬੰਦੇ ਉੱਥੇ ਚਲਾ ਰਹੇ ਆ, ਉਹ ਪੰਜਾਬੀਆਂ ਦੀਆਂ ਭਾਵਨਾ ਨਾਲ ਇੱਕ ਨਹੀਂ ਹੋ ਰਹੇ। ਇਹ ਵੱਡੀ ਸਮੱਸਿਆ ਹੈਗੀ ਹੈ। ਇਹੀ ਕਾਂਗਰਸ ਦੀ ਸਰਕਾਰ ਵਿੱਚ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ, ਉਹ ਪੰਜਾਬੀਆਂ ਦੀ ਜਿਹੜੀ ਭਾਵਨਾਵਾਂ ਨੇ, ਮਨੋਭਾਵਨਾਵਾਂ ਨੇ, ਉਹਨਾਂ ਨਾਲ ਦੂਰੀ ਬਣਾ ਕੇ ਚੱਲਦੇ ਆ, ਤਾਂ ਕਰਕੇ ਇਹ ਪ੍ਰੋਬਲਮ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ। ਸਰਦਾਰ ਜਸਪਾਲ ਸਿੰਘ ਜੀ, ਜੇਕਰ ਅਸੀਂ ਦੇਖੀਏ ਕਿ ਜਦੋਂ ਤੱਕ ਭਰੋਸੇਯੋਗਤਾ ਨਹੀਂ ਪੈਦਾ ਹੁੰਦੀ, ਜਦੋਂ ਤੱਕ ਲੋਕਾਂ ਦਾ ਭਰੋਸਾ ਨਹੀਂ ਵੱਧਦਾ ਸਰਕਾਰ ਦੇ ਉੱਪਰ, ਤੇ ਫਿਰ ਉਹ ਇਨਸਾਫ ਮਿਲਣ ਦੀ ਆਸ ਕਿੱਥੋਂ ਰੱਖੀ ਜਾ ਸਕਦੀ ਹੈ। ਦੂਜੇ ਪਾਸੇ ਜੇ ਗੱਲ ਕਰੀਏ ਸਾਬਕਾ DGP ਸਮੇਰ ਸਿੰਘ ਸੈਣੀ ਦੀ ਗੱਲ ਕਰੀਏ ਤਾਂ ਜੇ ਉਹ ਵੀ ਬਰੀ ਹੋ ਜਾਂਦਾ ਹੈ ਤੇ ਫਿਰ ਕੀ ਲੋਕਾਂ ਨੂੰ ਜਿਹੜਾ ਕਿ ਸਿੱਖ ਕੌਮ ਨੂੰ ਕੀ ਇਨਸਾਫ ਮਿਲੇਗਾ? ਦੇਖੋ, ਤੁਸੀਂ ਦੇਖੋ ਕਿ ਇੱਕ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੰਵਰ ਪ੍ਰਤਾਪ ਸਿੰਘ ਬਿਹਾਰ ਤੋਂ ਆ ਕੇ ਅੰਮ੍ਰਿਤਸਰ ਵਿੱਚ ਗੁਰੂ ਨਗਰੀ ਦੇ ਵਿੱਚ ਆ ਕੇ ਉਹ ਜਿੱਤਦਾ ਇਸ ਨਾਂ 'ਤੇ ਵੀ ਬਰਗਾੜੀ ਦੇ ਵਿੱਚ ਉਹਨੇ ਜਿਹੜੇ ਅਸਲ ਦੋਸ਼ੀ ਸੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਉੱਥੇ ਸਟੈਂਡ ਲਿਆ। ਉਸ ਬੰਦਾ ਐਡੀ ਵੱਡੀ ਜਿੱਤ ਇੱਥੇ ਸਾਡੇ ਸਿੱਖ ਜਾਂ ਇੱਥੋਂ ਦੇ ਪੰਜਾਬੀ ਜਿਤਾਉਂਦੇ ਆ ਉਸ ਨੂੰ ਇਸ ਗੱਲ 'ਤੇ। ਉਹ ਉਹੀ ਕਹਿ ਰਿਹਾ ਵੀ ਉਹ ਜਿਹੜੇ ਬੰਦੇ ਸਿੱਟ ਦੇ ਵਿੱਚ 3 ਬੰਦਿਆਂ ਦੀ ਸਿੱਟ ਸੀ, ਜਿਹਦੇ 'ਚ ਇੱਕ ਪ੍ਰਮੋਦ ਕੁਮਾਰ ਸੀ ਤੇ ਇਹ ਕੰਵਰ ਵਿਜੇ ਪ੍ਰਤਾਪ ਤੇ ਇਹਦੇ ਨਾਲ ਤੀਜਾ ਇੱਕ ਹੋਰ ਸੀਗਾ। ਉਹ ਜਿਹੜੇ 2 ਦੂਜੇ ਬੰਦੇ ਸੀਗੇ ਜਿਹਦੇ ਪ੍ਰਮੋਦ ਕੁਮਾਰ ਆ, ਉਹਨੂੰ ਸਾਰੇ ਪੰਜਾਬ ਦੀ ਇੰਟੈਲੀਜੈਂਸ ਦਾ, ਪੁਲਿਸ ਇੰਟੈਲੀਜੈਂਸ ਦਾ ਇੰਚਾਰਜ ਬਣਾਤਾ, ਪ੍ਰਮੋਸ਼ਨ ਦੇ ਦਿੱਤੀ, ਤੇ ਦੂਜੇ ਨੂੰ ਉਹਦਾ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰੀਜਨ ਦਾ ਸਾਰੇ ਦਾ ਉਹਦਾ ਪੁਲਿਸ ਕਮਿਸ਼ਨਰ ਬਣਾਤਾ, ਵੱਡਾ ਬਣਾਤਾ ਸਾਰੀਆਂ ਪੋਜੀਸ਼ਨਾਂ 'ਤੇ। ਉਹਨੇ ਫਿਰ ਇਸ ਗੱਲ ਦਾ ਸਾਰੇ 'ਤੇ ਇਤਰਾਜ਼ ਵੀ ਹੋਇਆ, ਸਾਰੇ ਪ੍ਰੈਸ 'ਚ ਵੀ ਆਇਆ ਵੀ ਜੇ ਇਸ ਕਿਸਮ ਦੀ ਥਿੰਕਿੰਗ ਹੈ ਸਰਕਾਰ ਦੀ, ਜਿਸ ਪੰਜਾਬ ਦੀ ਇਸ ਸਰਕਾਰ ਦੀ ਐਸਟੈਬਲਿਸ਼ਮੈਂਟ ਦੀ ਥਿੰਕਿੰਗ ਇਸ ਕਿਸਮ ਦੀ ਹੈ, ਸੋਚ ਇਸ ਕਿਸਮ ਦੀ ਹੈ, ਫਿਰ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਕਿਤੇ ਕੋਈ ਇਹਨਾਂ ਨੂੰ ਇਨਸਾਫ ਮਿਲ ਜੇ। ਤੇ ਫਿਰ ਜਦੋਂ ਹੁਣ ਇਹਦੇ ਉੱਤੇ ਇਸ ਕਰਕੇ ਰੌਲੇ ਪੈਣੇ ਆ ਤੇ ਬਹੁਤ ਜ਼ੋਰ ਨਾਲ ਪੈਣੇ ਆ। ਅਕਾਲੀ ਦਲ ਵੀ ਇਸ ਉੱਤੇ ਕਦੇ ਵੀ ਉੱਠ ਨਹੀਂ ਸਕਦਾ। ਕਈ ਗੱਲਾਂ ਦਾ ਅਕਾਲੀ ਦਲ ਕੋਲ ਜਵਾਬ ਹੀ ਹੈ ਨਹੀਂ, ਨਾ ਦੇ ਸਕਦਾ। ਜਿਵੇਂ ਤੁਸੀਂ ਇਹ ਦੇਖੋ ਵੀ ਤੁਸੀਂ ਇਹਨਾਂ ਨੇ ਵੀ 18 ਸਤੰਬਰ ਨੂੰ ਉਹਦੀ 18 ਸਤੰਬਰ 2015 ਨੂੰ ਉਹਦੀ ਫਿਲਮ ਰਿਲੀਜ਼ ਹੁੰਦੀ ਹੈ ਡੇਰਾ ਮੁਖੀ ਦੀ, ਉਹਦਾ ਮੈਸੇਂਜਰ ਆਫ ਗੋਡ ਦੇ ਨਾਮ 'ਤੇ ਉਹਨੇ ਫਿਲਮ ਬਣਾਈ ਹੈ। ਤੇ ਫਿਰ ਫਿਲਮ ਪੰਜਾਬ 'ਚ ਰਿਲੀਜ਼ ਨਹੀਂ ਹੁੰਦੀ ਕਿਉਂਕਿ ਪੰਜਾਬ 'ਚ ਇਹ ਪੰਥ 'ਚੋਂ ਛੇਕਿਆ ਹੋਇਆ ਡੇਰਾ ਮੁਖੀ। ਇਸ ਕਰਕੇ ਇੰਨਾ ਪ੍ਰੈਸ਼ਰ ਪਾਉਂਦਾ ਸੁਖਬੀਰ ਬਾਦਲ ਉਸ ਵੇਲੇ ਦੇ ਅਕਾਲ ਤਖ਼ਤ ਦੇ ਜਥੇਦਾਰ 'ਤੇ, ਉਦੋਂ ਸੱਦ ਕੇ ਕੁਝ ਦਿਨਾਂ ਬਾਅਦ ਹੀ 6 ਦਿਨਾਂ ਬਾਅਦ 24 ਸਤੰਬਰ ਨੂੰ ਨਾ ਉਸ ਤੋਂ ਇਹ ਮਾਫੀ ਦੇ ਦਿੰਦਾ, ਅਕਾਲ ਤਖ਼ਤ ਜਥੇਦਾਰ ਉਹਨੂੰ ਮਾਫ ਕਰ ਦਿੰਦਾ। ਜਿਸ ਦਿਨ ਮਾਫ ਕਰਦਾ ਉਸੇ ਦਿਨ ਹੀ ਪੰਜਾਬ ਦੇ ਸਾਰੇ ਸਿਨੇਮਿਆਂ ਵਿੱਚ ਇਹ ਫਿਲਮ ਰਿਲੀਜ਼ ਹੋ ਜਾਂਦੀ ਹੈ ਇੱਥੇ ਪੰਜਾਬ ਦੇ ਵਿੱਚ।
ਫਿਰ ਇਸ ਫਿਲਮ ਨੂੰ ਦੇਖ ਕੇ ਫਿਰ ਰੌਲਾ ਪੈਂਦਾ, ਤਾਂ ਫਿਰ 15 ਅਕਤੂਬਰ ਤੱਕ ਜਾ ਕੇ ਰੌਲਾ ਪੈਂਦਾ ਰਹਿੰਦਾ। 14 ਨੂੰ ਵੱਡਾ ਰੌਲਾ ਕੋਟਕਪੂਰੇ ਅਕਤੂਬਰ ਨੂੰ ਪੈਂਦਾ, ਤੇ 15 ਨੂੰ ਇਹ ਬਹਿਬਲ ਕਲਾਂ ਰਾਤ ਵਾਲਾ ਇੰਸੀਡੈਂਟ ਹੋ ਜਾਂਦਾ। ਕੋਟਕਪੂਰੇ ਵੀ ਇਹਨਾਂ ਨੇ ਬਿਲਕੁਲ ਸ਼ਾਂਤ ਬੈਠੇ ਵੈਗਰੂ ਵੈਗਰੂ ਕਰ ਰਹੇ ਜਿਹੜੇ ਸੀਗੇ ਪ੍ਰੋਟੈਸਟਧਾਰੀ ਸੀ ਸਾਰੇ, ਉਹਨਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਸੀ, ਮੁਜ਼ਾਹਰਾ ਕਰ ਰਹੇ ਸੀਗੇ, ਉਹਨਾਂ ਉੱਤੇ ਗੋਲੀ ਚਲਵਾਈ, ਜਿਹਦੇ ਵਿੱਚ ਮਿੰਟ ਦੀ ਸਾਰੀ ਵਾਰਤਾ ਜਿਹੜੀ ਆਪਸ ਵਿੱਚ ਦੀ ਉਹ ਸਾਰੀ ਰਿਕਾਰਡ ਹੋਈ ਹੈ। ਤੇ ਜਦੋਂ ਕਿ ਇਹਨਾਂ ਦੇ ਨਾਲ ਇਹਨਾਂ ਦਾ ਬਾਦਲ ਨਾਲ ਸਾਰਾ ਮੈਸੇਜ ਜਾਂਦਾ ਸੀ, ਉਹ SMS ਸੀ ਜਿਹੜੇ ਸਾਰੇ ਰਿਕਾਰਡ ਹੋਏ ਹੋਏ ਆ। ਅੱਛਾ, ਇੱਥੋਂ ਤੱਕ ਵੀ ਦੇਖ ਲਓ ਵੀ ਇਹ ਕਿਵੇਂ ਬਚਣਗੇ ਬਾਦਲ। ਜੋਰਾ ਸਿੰਘ ਬਰਾੜ ਜਸਟਿਸ ਜੋਰਾ ਸਿੰਘ ਦੀ ਜਿਹੜੀ ਰਿਪੋਰਟ ਸੀ, ਇਹਨਾਂ ਨੇ ਆਪ ਉਹਨੂੰ ਬਹਾਇਆ ਸੀਗਾ, ਜਿਹੜਾ ਜਸਟਿਸ ਜੋਰਾ ਸਿੰਘ ਦੀ ਰਿਪੋਰਟ, ਇਹਨਾਂ ਨੇ ਰਿਪੋਰਟ ਨਹੀਂ ਲਈ ਉਹਨਾਂ ਦੀ, ਜਿਹੜੇ ਉਹ 16 ਦੇ ਨੇੜੇ ਤੇੜੇ ਉਹਨੇ ਰਿਪੋਰਟ ਦੇਣ ਦੀ ਕੋਸ਼ਿਸ਼ ਕੀਤੀ, ਰਿਪੋਰਟ ਲੈਣ ਵਾਲਾ ਨਹੀਂ ਸੀ ਕੋਈ ਉਹਦਾ ਸਾਰਾ। ਉਦੋਂ ਪਿੱਛੋਂ ਜਿਹੜਾ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆ, ਉਹਦੇ ਵਿੱਚ ਤਾਂ ਸ਼ਰੇਆਮ ਬਾਦਲਾਂ ਦਾ ਨਾਂ ਹੈ। ਇਸ ਕਰਕੇ ਸਾਰੀ ਗੱਲ ਇਹ ਬਾਦਲਾਂ ਨੂੰ ਜਿਹੜਾ ਹੁਣ ਬਿਲਕੁਲ ਹੀ ਲੋਕਾਂ ਨੇ ਗੁੱਸੇ ਨਾਲ ਜਾ ਕੇ ਰਿਜੈਕਟ ਕਰ ਦਿੱਤਾ। ਲੰਬੀ ਦੇ ਵਿੱਚ ਜਿੱਥੇ 11 ਵਾਰ ਜਿਹੜਾ MLA ਜਿੱਤਦਾ ਪ੍ਰਕਾਸ਼ ਸਿੰਘ ਬਾਦਲ, ਉਸ ਨੂੰ ਵੀ ਹਰਾ ਦਿੱਤਾ ਜਾਂਦਾ। ਇਹਦੇ ਸਾਰੇ ਦੇ ਪਿੱਛੇ ਬਰਗਾੜੀ ਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਖੜੀਆਂ, ਬੇਅਦਬੀਆਂ ਦੇ ਕਣੀਆਂ, ਇਹਨਾਂ ਤੋਂ ਇਹਨਾਂ ਦਾ ਖੜਾ ਨਹੀਂ ਛੁੱਟ ਸਕਦਾ। ਇਹਨਾਂ ਨੂੰ ਹਜੇ ਵੀ ਕੋਈ ਇਮਾਨਦਾਰੀ ਨਾਲ ਗੱਲ ਕਰਦੇ ਵੀ ਹਾਂ ਸਾਥੋਂ ਹੋਈ ਹੈ ਗੱਲ ਦੀ, ਸ਼ਾਇਦ ਪੰਥ ਨੂੰ ਇਹਨਾਂ ਨੂੰ ਮਾਫ ਕਰ ਦਿੰਦਾ, ਪਰ ਹਜੇ ਪੋਲੀਟਿਕਸ ਆਪ ਪਲੇ ਕਰ ਰਹੇ ਆ। ਤੇ ਜ਼ੋਰ ਪਾ ਕੇ ਹੁਣ ਇੰਨਾ ਜ਼ੋਰ ਹੈ ਹਜੇ ਵੀ ਉਸ ਬਾਦਲ ਪਰਿਵਾਰ ਦਾ ਸਾਰਾ ਸਰਕਾਰ ਦੇ ਵਿੱਚ, ਤੇ ਆ ਭਗਵੰਤ ਮਾਨ ਵਰਗਿਆਂ ਤੋਂ ਵੀ ਉਹ ਬੰਦਿਆਂ ਨੂੰ ਬਚਾ ਰਹੇ ਜਿਹੜੇ ਕਿ ਉਸ ਵੇਲੇ ਬੇਅਦਬੀ ਦੇ ਵਿੱਚ ਸ਼ਾਮਲ ਸੀ। ਇਸ ਕਰਕੇ ਬਹੁਤ ਵੱਡਾ ਹੈ ਤੇ ਇਹ ਸਾਰਾ ਵੱਡਾ ਇਸ਼ੂ ਹੈ। ਇਹਨੇ ਕਈਆਂ ਹੋਰਾਂ ਦੇ ਸਿਰ ਵੀ ਰੋਲਣੇ ਆ ਪੋਲੀਟੀਕਲ ਬੰਦਿਆਂ। ਡਾਕਟਰ ਖੁਸ਼ਹਾਲ ਸਿੰਘ ਜੀ, ਸਿੱਖ ਪੰਥ ਨੇ ਜਿਹੜਾ ਕਿ ਬਰਗਾੜੀ ਦਾ ਮੋਰਚਾ ਦੁਬਾਰਾ ਸ਼ੁਰੂ ਕਰਕੇ ਆਕਰਸ਼ਿਤ ਤਾਂ ਕਰ ਲਿਆ, ਜਿਹੜਾ ਕਿ ਲੋਕ ਉਧਰ ਦੇਖਣ ਲੱਗੇ, ਲੋਕਾਂ ਦੀਆਂ ਨਿਗਾਹਾਂ ਦੁਬਾਰਾ ਟਿਕ ਗਈਆਂ ਨੇ ਇਨਸਾਫ ਵਾਸਤੇ, ਪਰ ਸਰਕਾਰ ਹਮੇਸ਼ਾ ਕਿਤੇ ਨਾ ਕਿਤੇ ਜਾ ਕੇ ਆਪਣੇ ਨੁਮਾਇੰਦੇ ਭੇਜ ਕੇ ਸਮਾਂ ਲੈ ਲੈਂਦੀ ਹੈ, ਤੇ ਉਹਦੇ ਸਮੇਂ ਦੇ ਵਿੱਚੋਂ ਫਿਰ ਜਿਹੜਾ ਮਾਮਲਾ ਲਟਕਾ ਦਿੱਤਾ ਜਾਂਦਾ ਆ। ਤੇ ਹੁਣ ਇੱਥੇ ਆ ਕੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਕੀ ਕਰਨਾ ਚਾਹੀਦਾ ਹੈ, ਕੀ ਵਿਉਂਤਬੰਦੀ ਉਹਨਾਂ ਦੀ ਹੋਣੀ ਚਾਹੀਦੀ ਹੈ, ਤਾਂ ਜੋ ਜਿਹੜਾ ਇਹ ਲਗਭਗ 7 ਸਾਲਾਂ ਤੋਂ ਮਾਮਲਾ ਲਟਕ ਰਿਹਾ ਆ, ਉਹ ਇੱਕ ਸੀਮਿਤ ਸਮੇਂ ਦੇ ਵਿੱਚ ਪੂਰਾ ਹੋ ਸਕੇ। ਵੇਖੋ ਜੀ, ਜਦੋਂ ਸਟੇਟ ਬੜੀ ਤਾਕਤਵਰ ਹੋਵੇ ਤੇ ਤੁਹਾਡੇ ਕੋਲ ਪਾਵਰ ਬਹੁਤ ਘੱਟ ਹੋਵੇ, ਉਸ ਸਮੇਂ ਤੁਸੀਂ ਜਿਹੜਾ ਕੁਝ ਬਣਾ ਸਕਦੇ ਹੋ ਪ੍ਰਭਾਵ, ਉਹ ਸ਼ਾਂਤਮਈ ਤਰੀਕੇ ਨਾਲ ਤੁਹਾਨੂੰ ਜਿਹੜਾ ਸਾਰਾ ਐਜੀਟੇਸ਼ਨ ਕਰਨੀ ਪਏਗੀ। ਤੇ ਇਸ ਵੇਲੇ ਮਤਲਬ ਏਜੰਸੀਆਂ ਦੁਆਰਾ ਜਾਂ ਵੱਖ-ਵੱਖ ਹੋਰ ਜਿਹੜੀਆਂ ਤਾਕਤਾਂ ਨੇ, ਉਹ ਨੌਜਵਾਨਾਂ ਨੂੰ ਬਹੁਤ ਭੜਕਾਊ ਜਿਹੜੇ ਆ ਪ੍ਰੋਗਰਾਮ ਦੇਣ ਲਈ ਤਤਪਰ ਨੇ, ਤੇ ਇਹਦੇ ਤੋਂ ਸਾਵਧਾਨ ਹੋਣਾ ਚਾਹੀਦਾ ਹੈ। ਔਰ ਐਜੀਟੇਸ਼ਨ ਸ਼ਾਂਤਮਈ ਤਰੀਕੇ ਨਾਲ ਚੰਗੇ ਬੰਦਿਆਂ ਨੂੰ ਅੱਗੇ ਲੱਗ ਕੇ ਲੜਨੀ ਚਾਹੀਦੀ ਹੈ। ਤੇ ਇਹ ਤਾਂ ਉਹੀ ਹੋ ਸਕਦਾ ਕਿ ਅਸੀਂ ਜਿਹੜਾ ਆ ਉਹ, ਕਿਉਂਕਿ ਇਹ ਜਿਸ ਤਰ੍ਹਾਂ ਜਸਪਾਲ ਸਿੰਘ ਦਾ ਇਹ ਮਸਲਾ ਖਤਮ ਤਾਂ ਹੋ ਨਹੀਂ ਸਕਦਾ ਬਿਨਾਂ ਇਨਸਾਫ ਦਿੱਤੇ ਆ, ਨਹੀਂ ਫਿਰ ਇਹ ਭਿਆਨਕ ਰੂਪ ਕੋਈ ਹੋਰ ਲਊਗਾ। ਇਸ ਵਾਸਤੇ ਸਰਕਾਰ ਨੂੰ ਚਾਹੀਦਾ ਹੈ, ਨਿਆਂਪਾਲਿਕਾ ਨੂੰ ਚਾਹੀਦਾ ਹੈ ਕਿ 7 ਸਾਲ ਦਾ ਸਮਾਂ ਬਹੁਤ ਹੁੰਦਾ ਆ, ਤੇ ਇਹਦਾ ਛੇਤੀ ਤੋਂ ਛੇਤੀ ਜਿਹੜਾ ਨਿਬੇੜਾ ਕੀਤਾ ਜਾਵੇ, ਤੇ ਇਹਦੇ ਵਿੱਚ ਜੋ ਵੀ ਦੋਸ਼ੀ ਹੈਗੇ ਆ ਉਹਨੂੰ ਬਣਦੀ ਸਜ਼ਾ ਮਿਲੇ। ਨਹੀਂ ਤਾਂ ਫਿਰ ਇਹ ਸਿੱਖ ਸਮਾਜ ਹੈ, ਉਹ ਗੁਰੂ ਗ੍ਰੰਥ ਸਾਹਿਬ ਪ੍ਰਤੀ ਉਹਨਾਂ ਦਾ ਬੜੀ ਸ਼ਰਧਾ ਆ ਤੇ ਬੜਾ ਸਤਿਕਾਰ ਹੈ, ਉਹਦੇ ਨਾਲ ਕੋਈ ਸਿਆਸਤ ਜਾਂ ਉਹਦੇ ਨਾਲ ਕਰੇ ਕੋਈ, ਉਹਨੂੰ ਬਰਦਾਸ਼ਤ ਨਹੀਂ ਕਰਦਾ। ਉਹਨਾਂ ਦਾ ਹਾਲ ਉਹੀ ਹੋਏਗਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਹੋਇਆ, ਅਮਰਿੰਦਰ ਸਿੰਘ ਦਾ ਹੋਇਆ, ਜਾਂ ਹੋਰ ਜਿਹੜੀਆਂ ਧਿਰਾਂ ਦੇ ਵਿੱਚ ਕੰਮ ਕਰ ਰਹੀਆਂ ਉਹਨਾਂ ਦਾ ਜੋ ਹਾਲ ਹੋਇਆ ਹੈ, ਉਹੀ ਜਿਹੜਾ ਹੋਏਗਾ। ਲੇਕਿਨ ਇਹਦੇ 'ਚ ਸਾਨੂੰ ਉਮੀਦ ਬਹੁਤ ਘੱਟ ਹੈ, ਕਿਉਂਕਿ ਜਿਸ ਤਰੀਕੇ ਦੇ ਸਰਕਾਰ ਨੇ ਇੰਡੀਕੇਸ਼ਨ ਦਿੱਤੇ ਆ ਹੁਣ ਤੱਕ ਦੇ, ਉਹ ਕੋਈ ਪੰਜਾਬੀਆਂ ਦੀ ਜਾਂ ਸਾਡੀ ਫੇਵਰ ਵਿੱਚ ਨਿਆਂ ਵਾਲੇ ਲੱਗਦੇ ਨਹੀਂ ਹੈ। ਕਿਉਂਕਿ ਜਿਹੜਾ ਤੁਸੀਂ ਸਿਸਟਮ ਹੈ, ਜਿਹੜਾ ਤੁਹਾਡਾ ਸਾਰਾ ਜੋ ਸਾਜੋ ਸਮਾਨ ਹੈ, ਉਹ ਸਾਰਾ ਸ਼ੱਕੀ ਹੈ। ਉਹ ਪਹਿਲਾਂ ਹੀ ਜੇ ਤੁਸੀਂ ਉਹਨਾਂ ਬੰਦਿਆਂ ਤੋਂ ਇਨਸਾਫ ਲਓਗੇ ਜਿਹੜੇ ਵਿਚਾਪ ਇਨਵੋਲਵ ਹੋਏ ਹੈ, ਅਤੇ ਜਿਨ੍ਹਾਂ ਦਾ ਪੁਰਾਣਾ ਐਕਸਪੀਰੀਅੰਸ ਹੈ ਸਿੱਖਾਂ ਨਾਲ ਦੁਸ਼ਮਣੀ ਕਰਨ ਦਾ ਜਾਂ ਸਿੱਖਾਂ ਨਾਲ ਈਰਖਾ ਰੱਖਣ ਦਾ, ਅਤੇ ਉਹਨਾਂ ਤੋਂ ਇਨਸਾਫ ਦਵਾਗਾ। ਅਸੀਂ ਚਾਹੁੰਦੇ ਅਫਸਰਸ਼ਾਹੀ ਜਿਹੜੀ ਹੈਗੀ ਆ, IPS ਅਫਸਰ ਨੇ ਇਮਾਨਦਾਰ ਜਿਹੜਾ IPS ਅਫਸਰ ਲਾ ਕੇ, ਇਮਾਨਦਾਰ ਜਿਹੜੇ ਆ ਜੁਡੀਸ਼ਰੀ ਦੇ ਬੰਦੇ ਲਾ ਕੇ ਇਹਦਾ ਸਿੱਖਾਂ ਨੂੰ ਨਹੀਂ, ਇਹਦਾ ਇੱਕ ਸਾਰੇ ਨਿਆਂਪਾਲਿਕਾ ਦੇ ਵੀ ਸਵਾਲ ਨਾ ਵੱਡੇ। ਇਹਦੇ ਵਾਸਤੇ ਵੀ ਬੈਟਰ ਹੋਏਗਾ ਕਿ ਇਹਨਾਂ ਨੂੰ ਜਿਹੜਾ ਇਨਸਾਫ ਵੱਲ ਵਧਣਾ ਚਾਹੀਦਾ।
ਬਹੁਤ ਬਹੁਤ ਧੰਨਵਾਦ ਸਰਦਾਰ ਡਾਕਟਰ ਖੁਸ਼ਹਾਲ ਸਿੰਘ ਜੀ ਤੇ ਸਰਦਾਰ ਜਸਪਾਲ ਸਿੰਘ ਜੀ ਨੇ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਜਿਹੜੀ ਕਿ ਬਰਗਾੜੀ ਮਾਮਲੇ ਦੇ ਉੱਪਰ ਤੁਸੀਂ ਗੱਲਬਾਤ ਕੀਤੀ ਤੇ ਤੁਸੀਂ ਆਪਣੇ ਸੁਝਾਅ ਦਿੱਤੇ। ਸੋ ਇਹ ਸਨ ਡਾਕਟਰ ਖੁਸ਼ਹਾਲ ਸਿੰਘ ਤੇ ਸਰਦਾਰ ਜਸਪਾਲ ਸਿੰਘ ਜੀ, ਜਿਨ੍ਹਾਂ ਨੇ ਗੱਲਬਾਤ ਕਰਦਿਆਂ ਬਰਗਾੜੀ ਮਾਮਲੇ ਦੇ ਉੱਪਰ ਇਹ ਗੱਲ ਕਹੀ ਹੈ ਕਿ ਇਸੇ ਕੌਮ ਨੂੰ ਜਾਗਣਾ ਚਾਹੀਦਾ ਹੈ, ਕਿਉਂਕਿ ਨਿਆਂਪਾਲਿਕਾ ਨੂੰ ਵੀ ਆਪਣਾ ਜਿਹੜਾ ਭਰੋਸਾ ਬਣਾਉਣਾ ਚਾਹੀਦਾ। ਜਦੋਂ ਤੱਕ ਭਰੋਸਾ ਨਹੀਂ ਬਣਦਾ ਤਦ ਤੱਕ ਕਦੇ ਵੀ ਇਨਸਾਫ ਦੀ ਜਿਹੜੀ ਆ ਕਿ ਗੱਲ ਨਹੀਂ ਕੀਤੀ ਜਾ ਸਕਦੀ, ਤਦ ਤੱਕ ਇਨਸਾਫ ਦੇ ਵੱਲ ਸੋਚਿਆ ਵੀ ਨਹੀਂ ਜਾ ਸਕਦਾ ਕਿ ਕਦੇ ਸਾਨੂੰ ਇਨਸਾਫ ਪ੍ਰਾਪਤ ਹੋਏਗਾ। ਸੋ ਇਹ ਨਿਆਂਪਾਲਿਕਾ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਅਤੇ ਨਾਲੇ ਸਿੱਖ ਪੰਥ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਸਲੇ ਨੂੰ ਬੜੇ ਸੰਜੀਦੇ ਢੰਗ ਦੇ ਨਾਲ ਚਲਾਉਣ ਤਾਂ ਜੋ ਕਿ ਇਨਸਾਫ ਦੀ ਪ੍ਰਾਪਤੀ ਹੋ ਸਕੇ। ਸੋ ਜੁੜੇ ਰਹੋ ਸਿੰਘ ਸਭਾ ਟੀਵੀ ਦੇ ਨਾਲ। ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।